Dear students, Generic Skills and Entrepreneurship Development जो कि 4th ਸਮੈਸਟਰ ਦਾ ਕਾਮਨ ਸਬਜੈਕਟ ਹੈ, ਉਸ ਦਾ ਚੈਪਟਰ ਐਂਟਰਪ੍ਰੀਨਿਓਰਸ਼ਿਪ ਉਹ ਆਪਾਂ ਪਿਛਲੇ ਲੈਕਚਰਸ ਤੋਂ ਡਿਸਕਸ ਕਰ ਰਹੇ ਹਾਂ। ਇਸ ਦੇ ਵਿੱਚ ਆਪਾਂ ਹੁਣ ਤੱਕ ਕੰਸੈਪਟ, ਮੀਨਿੰਗ ਐਂਡ ਨੀਡ ਆਫ ਐਂਟਰਪ੍ਰੀਨਿਓਰਸ਼ਿਪ, ਕੁਆਲਿਟੀ ਆਫ ਐਂਟਰਪ੍ਰੀਨਿਓਰੀਅਲ ਸਪੋਰਟ ਸਿਸਟਮ, ਇਸ ਦਾ ਦੂਜਾ ਪਾਰਟ ਆਪਾਂ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਮਾਰਕੀਟ ਸਰਵੇ ਐਂਡ ਅਪਰਚੁਨਿਟੀ ਆਈਡੈਂਟੀਫਿਕੇਸ਼ਨ, ਜਿਸ ਦੇ ਵਿੱਚ ਹਾਊ ਟੂ ਸਮਾਰਟ ਸਮਾਲ ਸਕੇਲ ਇੰਡਸਟਰੀ, ਪ੍ਰੋਸੀਜਰਸ ਫॉर ਰਜਿਸਟ੍ਰੇਸ਼ਨ ਆਫ ਸਮਾਲ ਸਕੇਲ ਇੰਡਸਟਰੀ, ਇਹ ਆਪਾਂ ਪਿਛਲੇ ਲੈਕਚਰ ਵਿੱਚ ਡਿਸਕਸ ਕਰ ਲਏ ਸੀ। ਇਸ ਤੋਂ ਅੱਗੇ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ। ਇਸ ਤੋਂ ਅੱਗੇ ਟੌਪਿਕ ਹੈ ਅਸੈਸਮੈਂਟ ਆਫ ਡਿਮਾਂਡ ਐਂਡ ਸਪਲਾਈ ਇਨ ਪੋਟੈਂਸ਼ੀਅਲ ਏਰੀਆਜ਼ ਆਫ ਗਰੋਥ। ਮਤਲਬ ਆਪਾਂ ਇਹ ਅਸੈਸਮੈਂਟ ਲਾਉਣੀ ਹੈ ਕਿ ਜਿੱਥੇ ਅਸੀਂ ਬਿਜ਼ਨਸ ਖੋਲ੍ਹਣਾ ਹੈ, ਜਿੱਥੇ ਸਾਨੂੰ ਲੱਗਦਾ ਹੈ ਕਿ ਪੋਟੈਂਸ਼ੀਅਲ ਏਰੀਆ ਹੈ, ਇੱਥੇ ਗਰੋਥ ਹੋ ਸਕਦੀ ਹੈ, ਉੱਥੇ ਜਿਹੜੀ ਪ੍ਰੋਡਕਟ ਆਪਾਂ ਲਾਉਣੀ ਚਾਹੁੰਦੇ ਹਾਂ ਉਹਦੀ ਡਿਮਾਂਡ ਕਿੰਨੀ ਹੈ ਅਤੇ ਉਹਦੀ ਸਪਲਾਈ ਕਿੰਨੀ ਹੈ। ਇਟ ਇਜ਼ ਵੈਰੀ ਇੰਪੋਰਟੈਂਟ ਫॉर ਸਕਸੈਸ ਆਫ ਐਨੀ ਆਰਗੇਨਾਈਜੇਸ਼ਨ। ਜੇ ਆਪਾਂ ਇਹ ਆਈਡੀਆ ਲਾਵਾਂਗੇ, ਅਸੈਸਮੈਂਟ ਲਾਵਾਂਗੇ, ਤਾਂ ਹੀ ਅਸੀਂ ਸਕਸੈਸਫੁਲ ਹੋ ਸਕਾਂਗੇ, ਤਾਂ ਹੀ ਅਸੀਂ ਆਪਣੀ ਜੋ ਡਿਮਾਂਡ ਹੈ ਉਹ ਸਹੀ ਤਰੀਕੇ ਨਾਲ ਪੂਰੀ ਕਰਾਂਗੇ। ਇਟ ਇਜ਼ ਵੈਰੀ ਇੰਪੋਰਟੈਂਟ ਫॉर ਸਕਸੈਸ ਟੂ ਨੋ ਦਾ ਡਿਮਾਂਡ ਆਫ ਪ੍ਰੋਡਕਟ ਟੂ ਬੀ ਮੈਨੂਫੈਕਚਰਡ। ਇਸ ਦੇ ਵਿੱਚ ਆਪਾਂ ਆਈਡੀਆ ਲੱਗੇਗਾ, ਆਪਾਂ ਨੂੰ ਪਤਾ ਲੱਗੇਗਾ ਕਿ ਕਿੰਨੀ ਡਿਮਾਂਡ ਹੈ ਅਤੇ ਉਸ ਤਰ੍ਹਾਂ ਫਿਰ ਆਪਾਂ ਕਿੰਨੀ ਉਸ ਚੀਜ਼ ਨੂੰ ਮੈਨੂਫੈਕਚਰ ਕਰੀਏ ਜਿਹੜੀ ਕਿ ਮਾਰਕੀਟ ਦੇ ਵਿੱਚ ਸੇਲ ਹੋ ਸਕੇ। ਹੈਲਪਸ ਟੂ ਟੇਕ ਐਪਰੋਪਰੀਏਟ ਡਿਸੀਜਨ। ਅਸੀਂ ਆਪਣੇ ਡਿਸੀਜਨ ਹੈ ਕਿ ਇਸ ਪ੍ਰੋਡਕਟ ਨੂੰ ਕਿੰਨਾ ਕੁ ਹੋਰ ਵਧਾਉਣਾ ਹੈ ਜਾਂ ਘਟਾਉਣਾ ਹੈ, ਉਹਦੇ ਮੁਤਾਬਕ ਆਪਾਂ ਡਿਸਾਈਡ ਕਰਦੇ ਹਾਂ। ਸੋ ਅਸੈਸਮੈਂਟ ਜਿਹੜੀ ਹੈ ਬਹੁਤ ਜ਼ਰੂਰੀ ਹੈ। ਇੰਪੋਰਟੈਂਸ ਆਫ ਸੇਲ ਫੋਰਕਾਸਟਿੰਗ। ਫੋਰਕਾਸਟਿੰਗ ਇੱਕ ਆਪਾਂ ਅੰਦਾਜ਼ਾ ਲਾਉਂਦੇ ਹਾਂ ਕਿ ਸਾਡੀ ਸੇਲ ਕਿੰਨੀ ਹੋ ਸਕਦੀ ਹੈ। ਇਹ ਸਹੀ ਅੰਦਾਜ਼ਾ ਲਾਉਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਜਿਹੜਾ ਸਹੀ ਅੰਦਾਜ਼ਾ ਹੈ ਉਹ ਹੈਲਪ ਟੂ ਪ੍ਰੀਪੇਅਰ ਪ੍ਰੋਡਕਸ਼ਨ ਸ਼ਡਿਊਲ, ਕਿ ਅਸੀਂ ਕਿਹੋ ਜਿਹਾ ਅਸੀਂ ਪ੍ਰੋਡਕਸ਼ਨ ਸ਼ਡਿਊਲ ਰੱਖਣਾ, ਉਹ ਸਾਡੀ ਹੈਲਪ ਕਰਦਾ ਸੇਲ ਫੋਰਕਾਸਟਿੰਗ। ਇਟ ਹੈਲਪਸ ਇਨ ਡਿਸਾਈਡਿੰਗ ਦਾ ਐਕਸਪੈਂਸਿਸ ਔਨ ਐਡਵਰਟਾਈਜ਼ਿੰਗ। ਕਿੰਨੀ ਸੇਲ ਹੋ ਸਕਦੀ ਹੈ ਉਹਦੇ ਮੁਤਾਬਕ ਹੀ ਐਡਵਰਟਾਈਜ਼ਮੈਂਟ ਕਰਨੀ ਚਾਹੀਦੀ ਹੈ। ਇੱਥੇ ਸਾਨੂੰ ਕਿੰਨਾ ਖਰਚਾ ਕਰਨਾ ਚਾਹੀਦਾ, ਇਹ ਵੀ ਸਾਨੂੰ ਸੇਲ ਫੋਰਕਾਸਟਿੰਗ, ਸੇਲ ਦੀ ਜੋ ਸੰਭਾਵਨਾ ਜਾਂ ਆਪਾਂ ਸੇਲ ਦੀ ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਅੰਦਾਜ਼ਾ ਸੋਚੀਏ, ਭਵਿੱਖਬਾਣੀ ਟਾਈਪ ਇੱਕ ਤਰ੍ਹਾਂ ਕਰੀਏ ਕਿ ਇੰਨੀ ਸੇਲ ਹੋਏਗੀ। ਇਟ ਹੈਲਪਸ ਟੂ ਚੇਂਜ ਡਿਸੀਜਨ ਫੋਰ ਚੇਂਜਿਸ। ਜੇਕਰ ਕੋਈ ਪ੍ਰੋਡਕਟ ਦੇ ਵਿੱਚ ਚੇਂਜਿਸ ਲੈ ਕੇ ਆਉਣੀ ਹੈ ਪ੍ਰੋਡਕਸ਼ਨ ਸ਼ਡਿਊਲ ਦੇ ਵਿੱਚ, ਤਾਂ ਉਹ ਵੀ ਸੇਲ ਫੋਰਕਾਸਟਿੰਗ ਨਾਲ ਸੰਭਵ ਹੋ ਜਾਂਦਾ ਹੈ। ਇਟ ਹੈਲਪਸ ਇਨ ਡਾਇਵਰਟਿੰਗ ਪਲਾਂਟ ਕਪੈਸਿਟੀ, ਕਿ ਜੇਕਰ ਪਲਾਂਟ ਦੀ ਕਪੈਸਿਟੀ ਜਿਹੜੀ ਹੈ ਉਸਨੂੰ ਘਟਾਉਣਾ ਜਾਂ ਵਧਾਉਣਾ ਹੈ, ਕਿ ਚਾਹੇ ਇਸ ਚੀਜ਼ ਦੀ ਬਜਾਏ ਕੋਈ ਹੋਰ ਚੀਜ਼ਾਂ ਬਣਾਉਣ ਲੱਗ ਜਾਈਏ ਜਾਂ ਹੋਰ ਚੀਜ਼ਾਂ ਦੀ ਬਜਾਏ ਜਿਹੜੀ ਚੀਜ਼ ਆਪਾਂ ਸੋਚੀ ਹੈ ਉਹ ਬਣਾਉਣ ਲੱਗੀਏ, ਇਹ ਵੀ ਸੇਲ ਫੋਰਕਾਸਟਿੰਗ 'ਤੇ ਹੀ ਡਿਪੈਂਡ ਕਰਦਾ ਹੈ। ਹੈਲਪਸ ਟੂ ਨੋ ਦਾ ਪ੍ਰੈਜੈਂਟ ਡਿਮਾਂਡ, ਕਿ ਚੀਜ਼ ਦੀ ਅੱਜ ਕੀ ਡਿਮਾਂਡ ਹੈ ਉਹ ਵੀ ਸੇਲ ਫੋਰਕਾਸਟਿੰਗ ਤੋਂ ਪਤਾ ਲੱਗਦੀ ਹੈ। ਇਟ ਹੈਲਪਸ ਟੂ ਨੋ ਦਾ ਫੈਸਿਲਿਟੀਜ਼ ਅਵੇਲੇਬਲ ਲਾਈਕ ਕੈਪੀਟਲ, ਇਕਵਿਪਮੈਂਟ ਐਂਡ ਹਿਊਮਨ ਰਿਸੋਰਸਿਸ। ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਕਿੰਨਾ ਕੁ ਪੈਸਾ ਮਾਰਕੀਟ ਦੇ ਵਿੱਚ ਅਵੇਲੇਬਲ ਹੈ, ਕਿਹੋ ਜਿਹੇ ਇਕਵਿਪਮੈਂਟ ਹੈ, ਹਿਊਮਨ ਰਿਸੋਰਸ ਕਿਹੋ ਜਿਹੇ ਹੈ। ਤਾਂ ਇੱਥੋਂ ਅਸੀਂ ਜਿਹੜਾ ਹੈ ਆਪਣਾ ਪ੍ਰੋਡਕਟ ਬਾਰੇ ਪੂਰਾ ਡਿਸੀਜਨ ਲੈਂਦੇ ਹਾਂ ਕਿ ਸਾਨੂੰ ਕਿੰਨੀ ਬਣਾਉਣੀ ਚਾਹੀਦੀ ਹੈ ਔਰ ਕਦੋਂ ਬਣਾਉਣੀ ਚਾਹੀਦੀ ਹੈ। ਸੇਲਸ ਦੀ ਫੋਰਕਾਸਟਿੰਗ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਕੰਜ਼ਿਊਮਰ ਦੇ ਵਿਊ ਲਏ ਜਾ ਸਕਦੇ ਨੇ, ਕਿ ਜਿਵੇਂ ਕੰਜ਼ਿਊਮਰ ਨੂੰ ਜਿੱਥੇ ਵੀ ਆਪਾਂ ਦੇਖ ਸਕਦੇ ਹਾਂ ਉਹਦੇ ਕੁਐਸਚਨ ਉਹਨੂੰ ਪੁੱਛ ਸਕਦੇ ਹਾਂ, ਕੰਜ਼ਿਊਮਰ ਕਿ ਉਹ ਚੀਜ਼ ਕਿਉਂ ਲੈ ਰਿਹਾ ਹੈ, ਕਦੋਂ ਲੈ ਰਿਹਾ ਹੈ, ਹੁਣ ਉਹ ਪਹਿਲਾਂ ਇਸ ਦੇ ਬਜਾਏ ਹੋਰ ਕਿਸੇ ਨੂੰ ਕਿਉਂ ਲੈ ਰਿਹਾ ਜਾਂ ਹੋਰ ਦੀ ਬਜਾਏ ਇਹਨੂੰ ਕਿਉਂ ਲੈ ਰਿਹਾ, ਉਹਦੇ ਮੁਤਾਬਕ ਵੀ ਆਪਾਂ ਦੱਸ ਸਕਦੇ ਹਾਂ ਕਿ ਇੰਨੀ ਸੇਲ ਅੱਗੇ ਸਾਨੂੰ ਸੰਭਾਵਨਾ ਹੈ। ਵਿਜ਼ਿਟਿੰਗ ਅਦਰ ਇੰਡਸਟਰੀਜ਼, ਇਹ ਵੀ ਬਹੁਤ ਸਿੰਪਲ ਮੈਥਡ ਹੈ ਸੇਲ ਫੋਰਕਾਸਟਿੰਗ ਦਾ, ਕਿ ਜਿੱਥੇ ਵਾਲੀਆਂ ਚੀਜ਼ਾਂ ਹੋਰ ਕੰਪਨੀਆਂ ਬਣਾ ਰਹੀਆਂ ਉਹਨਾਂ ਕੰਪਨੀਆਂ ਦੇ ਵਿੱਚ ਜਾ ਕੇ ਬੜੇ ਆਰਾਮ ਨਾਲ ਪਤਾ ਲੱਗ ਜਾਂਦਾ ਹੈ ਕਿ ਕਿੰਨੀ ਪ੍ਰੋਡਕਸ਼ਨ ਹੋ ਰਹੀ ਹੈ, ਕਿੰਨੀ ਸੇਲ ਹੋ ਰਹੀ ਹੈ। ਇਕਨੋਮਿਕ ਰਿਪੋਰਟਸ ਹੈ ਜਿਹੜੀਆਂ ਡਿਸਟ੍ਰਿਕਟ ਇੰਡਸਟਰੀ ਸੈਂਟਰ ਦੇ ਵਿੱਚ, MSME ਇੰਸਟੀਚਿਊਟਸ ਦੇ ਵਿੱਚ, ਉਦਯੋਗ ਭਵਨ ਦੇ ਵਿੱਚ, ਡਾਇਰੈਕਟਰ ਆਫਿਸ ਜੋ ਇੰਡਸਟਰੀ ਦਾ ਹੁੰਦਾ ਸਟੇਟ ਦਾ, ਉੱਥੇ ਇਕਨੋਮਿਕ ਰਿਪੋਰਟਸ ਪਈਆਂ ਜਿੱਥੋਂ ਡਿਮਾਂਡ ਸਪਲਾਈ ਦਾ ਪਤਾ ਲੱਗਦਾ, ਅਤੇ ਉੱਥੋਂ ਵੀ ਆਈਡੀਆ ਪਤਾ ਲੱਗ ਸਕਦਾ ਹੈ ਕਿ ਕਿਹੜੀ ਚੀਜ਼ ਦੀ ਕਿੰਨੀ ਸੇਲ ਹੁੰਦੀ ਹੈ। ਸੇਲਜ਼ਮੈਨ ਦਾ ਓਪੀਨੀਅਨ ਵੀ ਬਹੁਤ ਇੰਪੋਰਟੈਂਟ ਹੈ। ਜਿਹੜਾ ਬੰਦਾ ਉਸ ਚੀਜ਼ ਨੂੰ ਵੇਚਦਾ ਉਸ ਦੇ ਓਪੀਨੀਅਨ ਵੀ ਵੇਖਣੇ ਹੈ ਕਿ ਇਹਨੂੰ ਕਿੰਨੇ ਸੇਲ ਦੀ ਉਮੀਦ ਹੈ। ਉੱਥੋਂ ਜਿਹੜੀ ਇਹ ਸੇਲ ਫੋਰਕਾਸਟਿੰਗ ਹੈ ਉਹਦਾ ਕਾਫੀ ਹੱਦ ਤੱਕ
ਇਹ ਆਈਡੀਆ ਲੱਗ ਸਕਦਾ ਹੈ। ਪ੍ਰੋਜੈਕਸ਼ਨ ਅਪੋਨ ਪਾਸਟ ਸੇਲਸ, ਇਸ ਮੈਥਡ ਦੇ ਵਿੱਚ ਇਹ ਕਹਿੰਦੇ ਕਿ ਜਿਹੜਾ ਪਾਸਟ ਸੇਲ ਹੋਈ, ਪਿਛਲੇ ਸਮੇਂ 'ਚ ਸੇਲ ਹੋਈ, ਉਹੀ ਐਸਟੀਮੇਟ ਲੱਗਦਾ ਕਿ ਫਿਊਚਰ ਸੇਲ ਕਿੰਨੀ ਹੋਏਗੀ। ਟਾਈਮ ਸੀਰੀਜ਼ ਸਟੈਟਿਕਸ ਟੂਲ ਇਸ ਨੂੰ ਕਹਿ ਸਕਦੇ ਹਾਂ, ਪਰ ਇਹ ਹਮੇਸ਼ਾ ਸਹੀ ਨਹੀਂ ਹੁੰਦਾ ਅਤੇ ਬਹੁਤ ਵਾਰ ਸਹੀ ਵੀ ਨਿਕਲਦਾ। ਪਰ ਜੇ ਇੱਕ ਵਾਰੀ ਵੀ ਇਹ ਫੇਲ ਹੋ ਜਾਏ ਤਾਂ ਫਿਰ ਅੱਗੇ ਜਿਹੜਾ ਹੈਗਾ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਬਿਜ਼ਨਸ ਜਿਹੜਾ ਹੈ ਉਹ ਬਹੁਤ ਲੋਸ ਦੇ ਵਿੱਚ ਚਲਾ ਜਾਂਦਾ। ਸੋ ਬਾਕੀ ਸਾਰੇ ਮੈਥਡਸ ਦੇ ਨਾਲ ਇਹ ਮੈਥਡ ਵੀ ਧਿਆਨ ਵਿੱਚ ਰੱਖਿਆ ਜਾ ਸਕਦਾ, ਪਰ ਸਿੰਪਲ ਇਕੱਲਾ ਇਹਦੇ 'ਤੇ ਡਿਪੈਂਡ ਕਰਨਾ ਗਲਤ ਹੈ। ਮਾਰਕੀਟ ਸਰਵੇ ਮੈਥਡ ਸਭ ਤੋਂ ਵਧੀਆ ਹੈ ਕਿ ਮਾਰਕੀਟ ਸਰਵੇ ਦੇ ਨਾਲ ਜੋ ਹੈ ਬਹੁਤ ਜ਼ਿਆਦਾ ਕਲੀਅਰ ਹੁੰਦਾ ਕਿ ਕਿਸ ਤਰ੍ਹਾਂ ਕਿਹੜੀ ਚੀਜ਼ ਦੀ ਕਿੰਨੀ ਡਿਮਾਂਡ ਹੈ, ਕਿੰਨੀ ਉਹਦੀ ਸਪਲਾਈ ਹੈ ਅਤੇ ਕਿੰਨੀ ਹੋਰ ਚਾਹੀਦੀ ਹੈ। ਉਸ ਤਰ੍ਹਾਂ ਮਾਰਕੀਟ ਸਰਵੇ ਜਿਹੜਾ ਹੈਗਾ ਬੈਸਟ ਮੈਥਡ ਹੈ ਸੇਲ ਫੋਰਕਾਸਟਿੰਗ ਕਰਨ ਦਾ। ਮਾਰਕੀਟ ਸਰਵੇ ਕੀ ਚੀਜ਼ ਹੈ? ਇਟ ਇਜ਼ ਗੈਦਰਿੰਗ, ਰਿਕਾਰਡਿੰਗ ਐਂਡ ਐਨਾਲਾਈਜ਼ਿੰਗ ਦ ਡਾਟਾ ਆਫ ਕਸਟਮਰਸ, ਕੰਪੀਟੀਟਰਸ ਐਂਡ ਮਾਰਕੀਟਸ ਦੇ ਵਿੱਚ ਜਿਹੜਾ ਹੈਗਾ ਉੱਥੋਂ ਦਾ ਡਾਟਾ ਲਿਆ, ਜਿਹੜੇ ਸਾਡੇ ਪ੍ਰੋਡਕਟ ਦੇ ਕੰਪੀਟੀਟਰਸ ਨੇ, ਜਿਹੜੇ ਸਾਡੇ ਕੰਜ਼ਿਊਮਰ ਨੇ, ਉਹਨਾਂ ਦਾ ਡਾਟੇ ਨੂੰ ਇਕੱਠਾ ਕੀਤਾ, ਰਿਕਾਰਡ ਕੀਤਾ ਅਤੇ ਐਨਾਲਾਈਜ਼ ਕੀਤਾ। ਇਸ ਦੇ ਨਾਲ ਹੀ ਇਟ ਹੈਲਪਸ ਟੂ ਕ੍ਰੀਏਟ ਏ ਬਿਜ਼ਨਸ ਪਲਾਨ, ਇਟ ਹੈਲਪਸ ਟੂ ਲਾਂਚ ਏ ਨਿਊ ਪ੍ਰੋਡਕਟ, ਇਟ ਹੈਲਪਸ ਟੂ ਫਾਈਨ ਟਿਊਨ ਐਗਜ਼ਿਸਟਿੰਗ ਪ੍ਰੋਡਕਟ ਐਂਡ ਸਰਵਿਸਿਜ਼, ਹੈਲਪਸ ਟੂ ਐਕਸਪੈਂਡ ਇਨਟੂ ਨਿਊ ਮਾਰਕੀਟ। ਇਸ ਤਰ੍ਹਾਂ ਜਿਹੜਾ ਆਪਾਂ ਡਾਟਾ ਇਕੱਠਾ ਕਰਦੇ ਹਾਂ, ਜਿਸ ਦੇ ਨਾਲ ਬਿਜ਼ਨਸ ਪਲਾਨ ਬਣਾ ਸਕਦੇ ਹਾਂ। ਨਵੀਂ ਪ੍ਰੋਡਕਟ ਕਦੋਂ ਲਾਂਚ ਕਰਨੀ ਹੈ, ਕਿੰਨੀ ਕੁ ਲਾਂਚ ਕਰਨੀ ਚਾਹੀਦੀ ਹੈ, ਕਿੰਨੀ ਕੁ ਪ੍ਰੋਡਕਸ਼ਨ ਕਰਨੀ ਚਾਹੀਦੀ ਹੈ, ਉਸ ਦੇ ਬਾਰੇ ਵਿੱਚ ਬਹੁਤ ਹੈਲਪ ਕਰਦਾ। ਅਤੇ ਜਿਹੜਾ ਐਗਜ਼ਿਸਟਿੰਗ ਪ੍ਰੋਡਕਟ ਹੈ, ਜੇ ਉਹਦੇ 'ਚ ਕੋਈ ਕਮੀ ਪੇਸ਼ੀ ਹੈ, ਸਾਡੀਆਂ ਸਰਵਿਸਿਜ਼ ਦੇ ਵਿੱਚ ਕੋਈ ਕਮੀ ਪੇਸ਼ੀ ਹੈ, ਮਾਰਕੀਟ ਸਰਵੇ ਦੇ ਨਾਲ ਉਸ ਦੀ ਬੜੀ ਫਾਈਨ ਟਿਊਨਿੰਗ ਅਸੀਂ ਕਰ ਸਕਦੇ ਹਾਂ, ਕਮੀ ਪੇਸ਼ੀ ਦੂਰ ਕਰਕੇ ਆਪਣਾ ਬਿਜ਼ਨਸ ਹੋਰ ਵਧੀਆ ਬਣਾ ਸਕਦੇ ਹਾਂ। ਨਵੀਆਂ ਮਾਰਕੀਟਸ ਦੇ ਵਿੱਚ ਕਿੱਥੇ ਆਪਾਂ ਇਹ ਬਿਜ਼ਨਸ ਹੋਰ ਆਪਣਾ ਚਲਾ ਸਕਦੇ ਹਾਂ, ਇਹ ਮਾਰਕੀਟ ਸਰਵੇ ਤੋਂ ਬੜਾ ਵਧੀਆ ਪਤਾ ਲੱਗਦਾ। ਮਾਰਕੀਟ ਸਰਵੇ ਦੇ ਓਬਜੈਕਟਿਵਸ ਕੀ ਹੁੰਦੇ ਆ, ਮਤਲਬ ਕਿਉਂ ਅਸੀਂ ਕਰਾਉਂਦੇ ਹਾਂ, ਕੀ ਸਾਡੇ ਪਲਾਨ ਜਾਂ ਕੀ ਸਾਡੇ ਟਾਰਗੇਟ ਹੈ। ਪ੍ਰੋਪਰ ਪਲੈਨਿੰਗ ਸਾਡੀ ਹੋ ਸਕੇ ਬਿਜ਼ਨਸ ਦੇ ਲਈ, ਸਾਡੀ ਮਾਰਕੀਟਿੰਗ ਕੋਸਟ ਹੈ ਜਿਹੜੀਆਂ ਅਸੀਂ ਐਡਵਰਟਾਈਜ਼ਮੈਂਟ ਦਿੰਦੇ ਹਾਂ, ਹੋਰ ਖਰਚੇ ਕਰਦੇ ਹਾਂ, ਉਹ ਘੱਟ ਸਕਣ, ਨਵੀਆਂ ਮਾਰਕੀਟ ਸਾਨੂੰ ਮਿਲ ਸਕਣ, ਫਾਈਂਡ ਆਊਟ ਨਿਊ ਮਾਰਕੀਟਸ। ਨੌ ਦਾ ਮਾਰਕੀਟ ਕੰਪੀਟੀਸ਼ਨ, ਮਾਰਕੀਟ ਦੇ ਵਿੱਚ ਕਿਹੜੀ ਕੰਪੀਟੀਸ਼ਨ ਹੈ, ਕਿਹੜੀ ਕੰਪਨੀ ਕੀ ਕੁਛ ਲਿਆ ਰਹੀ ਹੈ, ਕੀ ਦੀ ਉਹਦੇ ਫੀਚਰ ਹੈ, ਕਸਟਮਰ ਨੂੰ ਕਿਹੜੀ ਚੀਜ਼ ਜ਼ਿਆਦਾ ਪਸੰਦ ਹੈ, ਉਹ ਸਾਨੂੰ ਪਤਾ ਲੱਗਦਾ। ਡਿਟਰਮਿਨ ਪ੍ਰੋਪਰ ਪ੍ਰਾਈਸ ਪੋਲਿਸੀ, ਸਾਡੀ ਜੋ ਪ੍ਰੋਡਕਟ ਹੈ ਉਹਦਾ ਰੇਟ ਜ਼ਿਆਦਾ ਤਾਂ ਨਹੀਂ, ਜਾਂ ਉਹਦਾ ਰੇਟ ਅਸੀਂ ਬਹੁਤ ਘੱਟ ਤਾਂ ਨਹੀਂ ਰੱਖਿਆ। ਇਹ ਵੀ ਮਾਰਕੀਟ ਸਰਵੇ ਕਸਟਮਰ ਦੇ ਜੋ ਬਾਕੀ ਜਿਹੜੇ ਉੱਥੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਕੇ, ਉਹਨਾਂ ਦਾ ਡਾਟਾ ਇਕੱਠਾ ਕਰਕੇ ਬਹੁਤ ਜ਼ਿਆਦਾ ਪਤਾ ਲੱਗਦਾ। ਸਟੱਡੀ ਆਫ ਲਾਈਕਸ ਐਂਡ ਡਿਸਲਾਈਕਸ ਆਫ ਕੰਜ਼ਿਊਮਰ ਨੂੰ ਕੀ ਚੀਜ਼ ਪਸੰਦ ਹੈ, ਕਿਹੜੀ ਚੀਜ਼ ਨਹੀਂ ਪਸੰਦ, ਉਸ ਦਾ ਵੀ ਮਾਰਕੀਟ ਸਰਵੇ ਨਾਲ ਜਿਹੜਾ ਹੈ ਉਹ ਸਾਨੂੰ ਸਹੀ ਤਰ੍ਹਾਂ ਪਤਾ ਲੱਗ ਜਾਂਦਾ। ਨੀਡ ਐਂਡ ਇੰਪੋਰਟੈਂਸ ਆਫ ਮਾਰਕੀਟ ਸਰਵੇ ਦੀ ਕੀ ਲੋੜ ਹੈ, ਕਿਉਂ ਇੰਪੋਰਟੈਂਟ ਹੈ। ਫॉर ਅੰਡਰਸਟੈਂਡਿੰਗ ਦਾ ਐਗਜ਼ਿਸਟਿੰਗ ਕਸਟਮਰ, ਜਿਹੜੇ ਸਾਡੀ ਚੀਜ਼ ਲੈ ਰਹੇ ਨੇ ਉਹਨਾਂ ਨੂੰ ਸਮਝਣਾ, ਉਹਨਾਂ ਨੂੰ ਜਾਣਨਾ ਕਿ ਉਹਨਾਂ ਨੂੰ ਸਾਡੀ ਚੀਜ਼ ਕਿਉਂ ਪਸੰਦ ਹੈ ਜਾਂ ਉਹਦੇ ਵਿੱਚ ਹੋਰ ਕੀ ਇੰਪਰੂਵਮੈਂਟ ਚਾਹੁੰਦੇ ਨੇ। ਆਈਡੈਂਟੀਫਾਈਂਗ ਪੋਟੈਂਸ਼ੀਅਲ ਕਸਟਮਰ, ਜਿਹੜੇ ਅੱਜ ਸਾਡੇ ਕਸਟਮਰ ਨਹੀਂ ਹੈਗੇ ਪਰ ਉਹ ਕਿਵੇਂ ਬਣ ਸਕਦੇ, ਉਹਨਾਂ ਨੂੰ ਪਤਾ ਲਾਉਣਾ ਅਤੇ ਉਹਨਾਂ ਨੂੰ ਕਸਟਮਰ ਅਸੀਂ ਬਣਾ ਸਕੀਏ, ਇਹ ਮਾਰਕੀਟ ਸਰਵੇ ਤੋਂ ਪਤਾ ਲੱਗਦਾ ਹੈ। ਰਿਜ਼ੋਲਵਿੰਗ ਬਿਜ਼ਨਸ ਪ੍ਰੋਬਲਮ, ਕਈ ਵਾਰੀ ਪ੍ਰੋਬਲਮ ਜਿਹੜੀਆਂ ਨੇ ਉਹ ਮਾਸ ਨਾਲ ਗੱਲ ਕਰਕੇ, ਪਬਲਿਕ ਨਾਲ ਗੱਲ ਕਰਕੇ ਪਤਾ ਲੱਗਦੀਆਂ ਕਿ ਲੋਕਾਂ ਨੂੰ ਸਾਡੀ ਚੀਜ਼ ਦੇ ਵਿੱਚ ਕੀ ਕਮੀ ਲੱਗ ਰਹੀ ਹੈ, ਕਿਵੇਂ ਸਾਡੀ ਚੀਜ਼ ਉਹ ਇੰਪਰੂਵਮੈਂਟ ਚਾਹੁੰਦੇ ਨੇ। ਉਹਦਾ ਜੋ ਹੈ ਹੱਲ ਵੀ, ਸਲਿਊਸ਼ਨ ਵੀ ਉਸੇ ਹੀ ਗੈਦਰਿੰਗ ਦੇ ਵਿੱਚੋਂ ਮਿਲਦਾ ਜਿੱਥੋਂ ਸਾਨੂੰ ਪ੍ਰੋਬਲਮ ਪਤਾ ਲੱਗਦੀ ਹੈ। ਡਿਵੈਲਪ ਬਿਜ਼ਨਸ ਸਟ੍ਰੈਟਜੀਜ਼, ਬਿਜ਼ਨਸ ਦੀਆਂ ਕਿਵੇਂ ਆਪਾਂ ਚਲਾਉਣਾ ਹੈ, ਉਹਦੀ ਕੀ ਸਟ੍ਰੈਟਜੀ ਆਪਾਂ ਨੂੰ ਅਪਣਾਉਣੀ ਚਾਹੀਦੀ ਹੈ, ਉਹ ਵੀ ਮਾਰਕੀਟ ਸਰਵੇ ਤੋਂ ਪਤਾ ਲੱਗਦੀ ਹੈ। ਪ੍ਰਪੇਅਰ ਫॉर ਬਿਜ਼ਨਸ ਐਕਸਪੈਂਸ਼ਨ, ਜੇ ਸਾਨੂੰ ਇਹ ਲੱਗੇ ਕਿ ਅਸੀਂ ਆਪਣਾ ਬਿਜ਼ਨਸ ਹੋਰ ਵਧਾ ਸਕਦੇ ਹਾਂ ਇਸ ਥਾਂ 'ਤੇ, ਤਾਂ ਉਹ ਵੀ ਮਾਰਕੀਟ ਸਰਵੇ ਤੋਂ ਪਤਾ ਲੈ ਕੇ ਅਸੀਂ ਉੱਥੇ ਆਪਣਾ ਕੰਮ ਕਰ ਸਕਦੇ ਹਾਂ। ਐਨਾਲਾਈਜ਼ਿੰਗ ਦਾ ਕੰਪੀਟੀਸ਼ਨ ਬਾਰੇ ਵੀ ਜੋ ਹੈ ਮਾਰਕੀਟ ਸਰਵੇ ਨਾਲ ਕਾਫੀ ਹੱਦ ਤੱਕ ਪਤਾ ਲੱਗਦਾ ਕਿ ਕਿਹੜੀ ਕੰਪਨੀ ਸਾਨੂੰ ਕਿਵੇਂ ਕੰਪੀਟੀਸ਼ਨ ਦੇ ਰਹੀ ਹੈ, ਉਹਦੇ ਫੀਚਰਸ ਕਿਹੜੇ ਫੀਚਰ ਲੋਕ ਜ਼ਿਆਦਾ ਪਸੰਦ ਕਰ ਰਹੇ ਨੇ, ਤਾਂ ਉਹ ਵੀ ਸਾਨੂੰ ਐਨਾਲਾਈਜ਼ ਕਰਨ ਦੇ ਕੰਮ ਆਉਂਦਾ ਹੈ। ਆਈਡੈਂਟੀਫਾਈ ਬਿਜ਼ਨਸ ਅਪੋਰਚੁਨਿਟੀਜ਼, ਜੋ ਬਿਜ਼ਨਸ ਕਿਸ ਤਰ੍ਹਾਂ ਦਾ ਬਿਜ਼ਨਸ ਕਿੱਥੇ ਲਿਆ ਜਾ ਸਕਦਾ ਉਸ ਨੂੰ ਆਈਡੈਂਟੀਫਾਈ ਕੀਤਾ ਜਾ ਸਕਦਾ ਹੈ। ਸੈੱਟ ਰੀਅਲਿਸਟਿਕ ਟਾਰਗੇਟਸ, ਜਿਹੜੇ ਟਾਰਗੇਟ ਅਚੀਵ ਹੋ ਸਕਦੇ ਹੋਣ ਉਹੀ ਫਿਰ ਮਾਰਕੀਟ ਸਰਵੇ, ਜਦੋਂ ਅਸੀਂ ਕੀਤਾ ਹੋਏਗਾ ਮਾਰਕੀਟ ਸਰਵੇ, ਤਾਂ ਜਿਹੜੇ ਟਾਰਗੇਟ ਅਚੀਵ ਹੋ ਸਕਦੇ ਨੇ ਉਹੀ ਅਸੀਂ ਸੈੱਟ ਕਰਾਂਗੇ।
ਕਈ ਅਸੀਂ ਬਹੁਤ ਜ਼ਿਆਦਾ ਟਾਰਗੇਟ ਫਿਕਸ ਕਰ ਲੈਂਦੇ ਕਈ ਵਾਰੀ, ਜਾਂ ਬਹੁਤ ਘੱਟ ਟਾਰਗੇਟ ਫਿਕਸ ਕਰਦੇ ਹਾਂ। ਜੇਕਰ ਅਸੀਂ ਮਾਰਕੀਟ ਸਰਵੇ ਪ੍ਰੋਪਰ ਕੀਤਾ ਹੋਏਗਾ ਤਾਂ ਅਸੀਂ ਜੋ ਰੀਅਲਿਸਟਿਕ ਅਸਲੀ ਟਾਰਗੇਟ ਹੈ ਅਚੀਵ ਹੋਣ ਵਾਲੇ, ਉਹੀ ਅਸੀਂ ਆਪਣੇ ਸੈੱਟ ਕਰਾਂਗੇ। ਐਡਵਾਂਟੇਜਸ ਆਫ ਮਾਰਕੀਟ ਸਰਵੇ ਦੇ ਬਹੁਤ ਜ਼ਿਆਦਾ ਐਡਵਾਂਟੇਜ ਨੇ। ਇਟ ਇਜ਼ ਸਿੰਪਲ ਟੂ ਐਨਾਲਾਈਜ਼ ਐਂਡ ਇੰਟਰ ਰਿਲੇਟ ਦਾ ਡਾਟਾ ਆਬਟੇਨਡ। ਜੋ ਅਸੀਂ ਡਾਟਾ ਲਿਆ, ਕਸਟਮਰ ਦਾ ਲਿਆ, ਜਿਹੜਾ ਹੈਗਾ ਕੰਪੀਟੀਟਰਸ ਦਾ ਲਿਆ, ਹੋਰ ਮਾਰਕੀਟ ਦਾ ਡਾਟਾ ਲਿਆ, ਉਹ ਬੜਾ ਸਿੰਪਲ ਹੁੰਦਾ ਐਨਾਲਾਈਜ਼ ਕਰਨਾ, ਅਤੇ ਇੱਕ ਦੂਸਰੇ ਨਾਲ ਰਿਲੇਟ ਕਰਕੇ ਜੋੜ ਕੇ ਦੇਖਣਾ ਵੀ ਬਹੁਤ ਸੌਖਾ ਹੁੰਦਾ ਹੈ। ਹੈਲਪਸ ਟੂ ਇਵੈਲੂਏਟ ਸਕਸੈਸ। ਅਸੀਂ ਕਿੰਨੇ ਕੁ ਸਕਸੀਡ ਹੋਏ ਹਾਂ, ਕਿੰਨਾ ਕੁ ਸਾਨੂੰ ਸਫਲਤਾ ਮਿਲੀ ਹੈ ਮਾਰਕੀਟ ਦੇ ਵਿੱਚ ਸਾਡੀ ਪ੍ਰੋਡਕਟ ਲਾਂਚ ਕਰਕੇ, ਕਿੰਨਾ ਕੁ ਸੇਲ ਹੋ ਰਿਹਾ, ਉਹ ਵੀ ਸਾਨੂੰ ਪਤਾ ਲੱਗਦਾ। ਅਸੀਂ ਉਸ ਦੀ ਇਵੈਲੂਏਸ਼ਨ ਕਰ ਸਕਦੇ ਹਾਂ ਮਾਰਕੀਟ ਸਰਵੇ ਕਰਕੇ ਕਿ ਅਸਲ ਵਿੱਚ ਲੋਕਾਂ 'ਚ ਕੀ ਸਾਡੇ ਪ੍ਰੋਡਕਟ ਬਾਰੇ ਕੀ ਸੋਚ ਹੈ। ਗਿਵਸ ਸਟ੍ਰੈਟਜਿਕ ਐਡਵਾਂਟੇਜ ਟੂ ਬਿਜ਼ਨਸ ਨੂੰ ਚਲਾਉਣ ਲਈ ਬਹੁਤ ਵਧੀਆ ਜੋ ਹੈ ਐਡਵਾਂਟੇਜ ਮਿਲਦਾ। ਸਟ੍ਰੈਟਜੀ ਕੀ ਸਾਨੂੰ ਅਪਣਾਉਣੀ ਚਾਹੀਦੀ ਹੈ ਉਹ ਪਤਾ ਲੱਗਦੀ ਹੈ। ਹੈਲਪਸ ਟੂ ਸਟੱਡੀ ਦਾ ਮਾਰਕੀਟ ਟ੍ਰੈਂਡਸ ਐਂਡ ਸੁਜੈਸਟ ਇਫ ਐਨੀ ਚੇਂਜ ਇਜ਼ ਰਿਕੁਆਇਰਡ। ਜੇਕਰ ਸਾਨੂੰ ਆਪਣੇ ਪ੍ਰੋਡਕਟ ਦੇ ਵਿੱਚ ਜਾਂ ਆਪਣੀ ਜੋ ਬਿਜ਼ਨਸ ਪਲੈਨਿੰਗ ਦੇ ਵਿੱਚ ਕੋਈ ਚੇਂਜ ਕਰਨੀ ਹੈ, ਉਹ ਵੀ ਮਾਰਕੀਟ ਸਰਵੇ ਸਾਨੂੰ ਦੱਸਦਾ ਅਤੇ ਉਸ ਤਰ੍ਹਾਂ ਅਸੀਂ ਚੇਂਜ ਕਰ ਸਕਦੇ ਹਾਂ। ਹੈਲਪਸ ਟੂ ਅਸੈਸ ਇਫੈਕਟਿਵਨੈਸ ਆਫ ਐਡਵਰਟਾਈਜ਼ਿੰਗ, ਕਿ ਅਸੀਂ ਜੋ ਐਡਵਰਟਾਈਜ਼ ਕਰ ਰਹੇ ਹਾਂ ਉਹ ਕਿੰਨੀ ਕੁ ਇਫੈਕਟਿਵ ਹੈ, ਇਹ ਵੀ ਮਾਰਕੀਟ ਸਰਵੇ ਤੋਂ ਲੋਕਾਂ ਨਾਲ ਗੱਲ ਕਰਕੇ ਪਤਾ ਲੱਗ ਜਾਂਦਾ ਹੈ। ਹੈਲਪਫੁਲ ਇਨ ਇਵੈਲੂਏਟਿੰਗ ਸੈਲਿੰਗ ਮੈਥਡ। ਜੋ ਸਾਡਾ ਸੈਲਿੰਗ ਮੈਥਡ ਹੈ ਸੇਲ ਕਰਨ ਦਾ, ਉਹਦੀ ਵੀ ਇਵੈਲੂਏਸ਼ਨ ਹੈ ਉਹ ਮਾਰਕੀਟ ਸਰਵੇ ਨਾਲ ਚੰਗੀ ਤਰ੍ਹਾਂ ਹੋ ਜਾਂਦੀ ਹੈ। ਕਾਜ਼ ਆਫ ਕੰਜ਼ਿਊਮਰ ਰਜਿਸਟੈਂਸ ਇਜ਼ ਨੋਨ। ਜੇਕਰ ਕੋਈ ਸਾਡਾ ਕੰਜ਼ਿਊਮਰ ਹੈ ਸਾਡੀ ਪ੍ਰੋਡਕਟ ਨੂੰ ਨਹੀਂ ਲੈ ਰਿਹਾ, ਉਸ ਦਾ ਕੀ ਕਾਰਨ ਹੈ, ਉਹ ਵੀ ਮਾਰਕੀਟ ਸਰਵੇ ਤੋਂ ਬੜੇ ਆਰਾਮ ਨਾਲ ਸਾਨੂੰ ਪਤਾ ਲੱਗ ਜਾਂਦਾ ਅਤੇ ਅਸੀਂ ਉਹ ਆਪਣੀ ਪ੍ਰੋਬਲਮ ਹੈ ਦੂਰ ਕਰ ਸਕਦੇ ਹਾਂ। ਹੁਣ ਅਸੀਂ ਕੋਈ ਕੰਮ ਖੋਲ੍ਹਣਾ ਤਾਂ ਉਹਦੇ ਲਈ ਅਸੀਂ ਕੀ ਬਿਜ਼ਨਸ ਅਪਰਚੁਨਿਟੀ ਦੇਖਦੇ ਹਾਂ। ਬਿਜ਼ਨਸ ਅਪਰਚੁਨਿਟੀ ਕੀ ਚੀਜ਼ ਹੈ? ਇਟ ਇਜ਼ ਐਨ ਅਟਰੈਕਟਿਵ ਐਂਡ ਐਕਸੀਲੈਂਟ ਪ੍ਰੋਜੈਕਟ ਆਈਡੀਆ। ਜੇਕਰ ਸਾਨੂੰ ਸਾਡਾ ਆਈਡੀਆ ਅਟਰੈਕਟਿਵ ਮਿਲ ਗਿਆ, ਵਧੀਆ ਮਿਲ ਗਿਆ, ਤਾਂ ਉਹਦਾ ਮਤਲਬ ਹੈ ਕਿ ਸਾਨੂੰ ਬਿਜ਼ਨਸ ਅਪਰਚੁਨਿਟੀ ਮਿਲ ਗਈ ਕਿ ਅਸੀਂ ਆਹ ਵਾਲਾ ਬਿਜ਼ਨਸ ਕਰ ਸਕਦੇ ਹਾਂ। ਬਟ ਇਟ ਇਜ਼ ਟੂ ਬੀ ਡਿਸਕਵਰਡ ਬਾਈ ਹਾਰਡ ਵਰਕ। ਕਾਫੀ ਹਾਰਡ ਵਰਕ ਲੱਗਦਾ ਹੈ, ਬਹੁਤ ਸਾਰੀ ਇਨਫੋਰਮੇਸ਼ਨ ਕਲੈਕਟ ਕਰਨੀ ਪੈਂਦੀ ਹੈ, ਉਹਦਾ ਐਨਾਲਾਈਜ਼ ਕਰਨਾ ਪੈਂਦਾ ਪੂਰਾ। ਫਿਰ ਉਸ ਦੈਟ ਅਪਰਚੁਨਿਟੀ ਜਾਂ ਦੈਟ ਡਾਟਾ ਇਟ ਕੈਨ ਬੀ ਕਨਵਰਟਿਡ ਟੂ ਪ੍ਰੋਫਿਟ ਮੇਕਿੰਗ ਬਿਜ਼ਨਸ। ਇਸ ਅਪਰਚੁਨਿਟੀ ਨੂੰ ਪ੍ਰੋਫਿਟ ਮੇਕਿੰਗ ਬਿਜ਼ਨਸ ਬਣਾਉਣ ਦੇ ਲਈ ਬਹੁਤ ਹਾਰਡ ਵਰਕ ਚਾਹੀਦਾ ਹੈ, ਬਹੁਤ ਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ, ਬਹੁਤ ਸਿਆਣਪ ਨਾਲ, ਬੜਾ ਕੈਲਕੂਲੇਸ਼ਨਸ ਕਰਕੇ, ਬੜੇ ਕੈਲਕੂਲੇਟਡ ਰਿਸਕ ਲੈ ਕੇ ਇਸ ਨੂੰ ਅਸੀਂ ਪ੍ਰੋਫਿਟ ਮੇਕਿੰਗ ਬਿਜ਼ਨਸ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਜਦੋਂ ਅਸੀਂ ਕੋਈ ਕੰਮ ਖੋਲ੍ਹਣਾ ਉਹਦੇ ਲਈ ਬਿਜ਼ਨਸ ਅਪਰਚੁਨਿਟੀ ਚਾਹੀਦੀ ਹੈ, ਉਹ ਕਿਵੇਂ ਲੱਭਾਂਗੇ, ਕਿਹੜੇ ਕਿਹੜੇ ਮੈਥਡਸ ਹੈ? ਸਭ ਤੋਂ ਪਹਿਲਾਂ ਤਾਂ ਮਾਰਕੀਟ ਸਰਵੇ ਹੈ ਜਿਹੜਾ ਆਪਾਂ ਡਿਸਕਸ ਕਰ ਚੁੱਕੇ ਹਾਂ। ਮਾਰਕੀਟ ਸਰਵੇ ਨਾਲ ਜਿਹੜਾ ਹੈਗਾ ਬਿਜ਼ਨਸ ਅਪਰਚੁਨਿਟੀ ਅਸੀਂ ਡਿਸਕਵਰ ਕਰ ਸਕਦੇ ਹਾਂ। ਇਸ ਤੋਂ ਬਾਅਦ ਹੈ ਕਿ ਅਸੀਂ ਜੋ ਐਡਵਾਂਸ ਕੰਟਰੀਜ਼ ਹੈ ਉਹਨਾਂ ਦੀ ਡਿਵੈਲਪਮੈਂਟ ਨੋਟ ਕਰੀਏ। ਉੱਥੋਂ ਸਾਨੂੰ ਬੜਾ ਬਿਜ਼ਨਸ ਆਈਡੀਆ ਹੋ ਸਕਦਾ ਹੈ ਕਿ ਉਸ ਦੇਸ਼ ਦੇ ਵਿੱਚ ਆਹ ਚੀਜ਼ ਹੋ ਗਈ, ਹੁਣ ਸਾਡੇ ਦੇਸ਼ ਦੇ ਵਿੱਚ ਵੀ ਆਉਣ ਵਾਲੀ ਹੈ। ਅਸੀਂ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਕਿਹੜੇ ਦੇਸ਼ ਦੇ ਵਿੱਚੋਂ ਜਿਹੜੀ ਟੈਕਨੋਲੋਜੀ ਹੈ ਜਾਂ ਜਿਹੜੀ ਪ੍ਰੋਡਕਟ ਹੈ ਉੱਥੇ ਲਾਂਚ ਹੋਣ ਤੋਂ ਕਿੰਨੀ ਦੇਰ ਬਾਅਦ ਸਾਡੇ ਦੇਸ਼ ਦੇ ਵਿੱਚ ਆਉਂਦੀ ਹੈ। ਜੇ ਅਸੀਂ ਸਾਰੇ ਡਾਟੇ ਮਿਲਾਈਏ ਤਾਂ ਉਸ ਦੇ ਮੁਤਾਬਕ ਵੀ ਅਸੀਂ ਆਪਣੀ ਅਪਰਚੁਨਿਟੀ ਹੈ ਬੜੇ ਆਰਾਮ ਨਾਲ ਲੱਭ ਸਕਦੇ ਹਾਂ। ਜਿਹੜੀ ਚੀਜ਼ ਅਜੇ ਸਾਡੇ ਦੇਸ਼ ਵਿੱਚ ਨਹੀਂ ਹੈ ਪਰ ਹੁਣ ਕਿਸੇ ਹੋਰ ਦੇਸ਼ ਦੇ ਵਿੱਚ ਹੈ। ਇਹੀ ਕੁਛ ਹੀ ਉਦੋਂ ਹੋਇਆ ਸੀ ਜਦੋਂ ਮੰਨ ਲਓ ਕਿ 2 ਸਾਲ ਬਾਅਦ ਪਹਿਲਾਂ ਸਾਡੇ ਦੇਸ਼ ਵਿੱਚ ਕੋਈ ਚੀਜ਼ ਨਹੀਂ ਸੀ, ਉੱਥੇ ਆਈ, ਉਸ ਤੋਂ 2 ਸਾਲ ਬਾਅਦ ਸਾਡੇ ਦੇਸ਼ ਦੇ ਵਿੱਚ ਆਈ। ਇਸੇ ਤਰ੍ਹਾਂ ਹੀ ਅਸੀਂ ਇਹ ਆਈਡੀਆ ਲਾ ਸਕਦੇ ਹਾਂ ਕਿ ਜਿਹੜੀ ਚੀਜ਼ ਹੁਣ ਉਸ ਦੇਸ਼ ਦੇ ਵਿੱਚ ਹੈ ਉਹ ਅੱਜ ਤੋਂ 1.5-2 ਸਾਲ ਦੇ ਅੰਦਰ ਸਾਡੇ ਦੇਸ਼ ਦੇ ਵਿੱਚ ਵੀ ਆਏਗੀ, ਤਾਂ ਉਸ ਦੇ ਨਾਲ ਅਸੀਂ ਜੋ ਹੈ ਬੜੇ ਆਈਡੀਆ ਲੈ ਸਕਦੇ ਹਾਂ। ਪ੍ਰੋਜੈਕਟ ਪ੍ਰੋਫਾਈਲਸ ਹੈ, ਉਹਨਾਂ ਨੂੰ ਪੜ੍ਹ ਕੇ ਵੀ ਬਿਜ਼ਨਸ ਅਪਰਚੁਨਿਟੀਜ਼ ਦਾ ਪਤਾ ਲੱਗਦਾ ਕਿ ਕਿਹੜੇ ਕਿਹੜੇ ਬਿਜ਼ਨਸ ਅਸੀਂ ਕਰ ਸਕਦੇ ਹਾਂ, ਕਿਹੜੇ ਕਿਹੜੇ ਸਕਸੈਸਫੁੱਲ ਹੈ। ਬਹੁਤ ਸਾਰੇ ਗੌਰਮੈਂਟ ਪ੍ਰਾਈਵੇਟ ਏਜੰਸੀ ਕੋਲ ਪ੍ਰੋਜੈਕਟਸ ਰਿਪੋਰਟ ਹੁੰਦੀਆਂ, ਉਹਨਾਂ ਨੇ ਪਬਲਿਸ਼ ਵੀ ਕਰਦੇ ਹੈ, ਜਿੱਥੋਂ ਅਸੀਂ ਮਾਰਕੀਟ ਕੰਡੀਸ਼ਨ ਵੀ ਦੇਖ ਸਕਦੇ ਹਾਂ। ਪ੍ਰੋਸਪੈਕਟਿਵ ਕੰਜ਼ਿਊਮਰਸ, ਜਿਹੜੇ ਅਸੀਂ ਸੋਚਦੇ ਹਾਂ ਕਿ ਆਹ ਵਾਲੇ ਪ੍ਰੋਡਕਟ ਇਹ ਵਾਲੇ ਕੰਜ਼ਿਊਮਰ ਲੈਣਗੇ। ਕੰਜ਼ਿਊਮਰ ਬੇਸਿਕਲੀ ਦਾ ਇੱਕ ਰਾਜਾ ਹੁੰਦਾ, ਕਿੰਗ ਆਫ ਬਿਜ਼ਨਸ ਮਾਰਕੀਟ ਹੈ, ਅਤੇ ਜਿਹੜਾ ਸਾਡਾ ਬਿਜ਼ਨਸ ਹੈ ਉਹਦਾ ਫਾਊਂਡੇਸ਼ਨ ਸਟੋਨ ਵੀ ਕੰਜ਼ਿਊਮਰ ਹੈ। ਉਹਦੇ ਟੇਸਟ, ਉਹਦੇ ਹੈਬਿਟਸ, ਉਹਨੂੰ ਦੇਖ ਕੇ ਹੀ ਅਸੀਂ ਬਿਜ਼ਨਸ ਆਈਡੀਆ ਡਿਸਾਈਡ ਕਰਦੇ ਹਾਂ। ਸੋ ਕਿਸ ਤਰ੍ਹਾਂ ਦੀ ਜਿਹੜੀ ਸਾਡੀ ਪ੍ਰੋਡਕਟ ਹੈ ਉਹ ਕਸਟਮਰ ਨੂੰ ਕਿਸ ਤਰ੍ਹਾਂ ਪਸੰਦ ਆਏਗੀ ਜਾਂ ਨਹੀਂ ਆਏਗੀ, ਉਹਦੇ ਮੁਤਾਬਕ ਹੀ ਅਸੀਂ ਆਪਣੀ ਜੋ ਬਿਜ਼ਨਸ ਅਪਰਚੁਨਿਟੀ ਹੈ ਉਹ ਅਸੀਂ ਡਿਸਕਵਰ ਕਰਾਂਗੇ।
ਟ੍ਰੇਡ ਫੇਅਰਸ ਐਂਡ ਐਗਜੀਬਿਸ਼ਨ ਦੇ ਵਿੱਚ ਜਾ ਕੇ ਵੀ ਬਹੁਤ ਸਾਨੂੰ ਪਤਾ ਲੱਗਦਾ ਕਿ ਅੱਜ ਕੱਲ੍ਹ ਕਿਹੜੀ ਚੀਜ਼ ਚੱਲ ਰਹੀ ਹੈ, ਕਿਸ ਚੀਜ਼ ਦਾ ਕਿੱਥੇ ਟਰੈਂਡ ਹੋ ਸਕਦਾ ਹੈ। ਉਸ ਦੇ ਮੁਤਾਬਕ ਵੀ ਅਸੀਂ ਆਪਣੀ ਬਿਜ਼ਨਸ ਅਪਰਚੁਨਿਟੀ ਹੈ ਉਹ ਡਿਸਕਵਰ ਕਰ ਸਕਦੇ ਹਾਂ। ਗੌਰਮੈਂਟ ਔਰਗੇਨਾਈਜੇਸ਼ਨਸ ਜਿਵੇਂ SIDBI ਹੈ, MSME ਹੈ, DIC ਹੈ, ਇਹਨਾਂ ਕੋਲ ਵੀ ਬਹੁਤ ਡਾਟਾ ਅਵੇਲੇਬਲ ਹੁੰਦਾ ਜਿੱਥੋਂ ਅਸੀਂ ਜਾ ਕੇ ਪਤਾ ਲੈ ਸਕਦੇ ਹਾਂ ਕਿ ਕਿਹੜਾ ਬਿਜ਼ਨਸ ਇਸ ਟਾਈਮ ਚੱਲ ਰਿਹਾ, ਸਾਨੂੰ ਕਿਹੜਾ ਬਿਜ਼ਨਸ ਸ਼ੁਰੂ ਕਰਨਾ ਚਾਹੀਦਾ। ਇਸ ਤੋਂ ਬਾਅਦ ਜੋ ਪ੍ਰੋਡਕਟ ਸਿਲੈਕਸ਼ਨ ਹੈ, ਇਟ ਇਜ਼ ਫਸਟ ਐਂਡ ਇੰਪੋਰਟੈਂਟ ਸਟੈਪ ਟੂ ਸਟਾਰਟ ਨਿਊ ਬਿਜ਼ਨਸ। ਕੋਈ ਵੀ ਅਸੀਂ ਨਵਾਂ ਬਿਜ਼ਨਸ ਸ਼ੁਰੂ ਕਰਨਾ, ਪ੍ਰੋਡਕਟ ਸਿਲੈਕਸ਼ਨ ਹੈ ਉਸ ਦਾ ਬਹੁਤ ਹੀ ਇੰਪੋਰਟੈਂਟ ਸਟੈਪ ਹੈ। ਪਹਿਲਾ ਸਟੈਪ ਵੀ ਹੈ ਅਤੇ ਬਹੁਤ ਇੰਪੋਰਟੈਂਟ ਸਟੈਪ ਹੈ, ਅਤੇ ਇੰਪੋਰਟੈਂਟ ਫੈਕਟਰ ਫॉर ਸਕਸੈਸ ਵੀ ਹੈ। ਅਤੇ ਪ੍ਰੋਡਕਟ ਇਸ ਤਰ੍ਹਾਂ ਦੀ ਸਿਲੈਕਟ ਕਰਨੀ ਚਾਹੀਦੀ ਹੈ ਜਿਹੜੀ ਪ੍ਰੋਫਿਟੇਬਲ ਹੋਵੇ। ਇਹ ਜੋ ਹੈ ਸਿਲੈਕਸ਼ਨ ਦੇ ਸਮੇਂ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕੰਸੀਡਰੇਸ਼ਨਸ ਇਨ ਪ੍ਰੋਡਕਟ ਸਿਲੈਕਸ਼ਨ, ਕਿਹੜੀਆਂ ਸਾਨੂੰ ਚੀਜ਼ਾਂ ਨੂੰ ਕੰਸੀਡਰ ਕਰਨਾ ਚਾਹੀਦਾ ਹੈ ਪ੍ਰੋਡਕਟ ਸਿਲੈਕਸ਼ਨ ਕਰਨ ਦੇ ਲਈ ਜਿਹੜੀਆਂ ਜ਼ਰੂਰੀ ਨੇ। ਸਾਈਜ਼ ਆਫ ਪ੍ਰੈਜੈਂਟ ਮਾਰਕੀਟ, ਕਿ ਜੋ ਇਸ ਟਾਈਮ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਅਤੇ ਉੱਥੇ ਕੀ ਹੈ ਡਿਮਾਂਡ ਅਤੇ ਸਪਲਾਈ, ਉਸ ਪ੍ਰੋਡਕਟ ਦਾ ਕਿੰਨਾ ਗੈਪ ਹੈ, ਉਸ ਦੇ ਮੁਤਾਬਕ ਅਸੀਂ ਪ੍ਰੋਡਕਟ ਨੂੰ ਸਿਲੈਕਟ ਕਰਨਾ ਹੁੰਦਾ ਹੈ। ਐਸਟੀਮੇਸ਼ਨ ਆਫ ਕੰਜ਼ਿਊਮਰ ਕਪੈਸਿਟੀ, ਕੰਜ਼ਿਊਮਰ ਕਿੰਨਾ ਕੁ ਪੈਸਾ ਖਰਚ ਸਕਦਾ ਹੈ, ਉਹਦੇ ਫਾਈਨੈਂਸ਼ੀਅਲ ਕੰਡੀਸ਼ਨ ਕੀ ਹੈ, ਉੱਥੇ ਕਿਸ ਤਰ੍ਹਾਂ ਦਾ ਚੀਜ਼ ਚੱਲ ਰਹੀ ਹੈ, ਕਿਸ ਤਰ੍ਹਾਂ ਦਾ ਟੇਸਟ ਹੈ, ਉਹਦੇ ਮੁਤਾਬਕ ਅਸੀਂ ਆਪਣੇ ਪ੍ਰੋਡਕਟ ਨੂੰ ਸਿਲੈਕਟ ਕਰਨਾ ਹੈ। ਕੁਆਲਿਟੀ ਐਂਡ ਪ੍ਰਾਈਸ ਆਫ ਸਿਮੀਲਰ ਪ੍ਰੋਡਕਟ, ਉਹ ਚੈੱਕ ਕਰਨੇ ਹੈ ਕਿ ਸਾਡੇ ਵਰਗੀਆਂ ਜਿਹੜੀਆਂ ਚੀਜ਼ਾਂ ਨੇ ਹੋਰ ਜੋ ਲੋਕ ਬਣਾ ਰਹੇ ਨੇ ਉੱਥੇ ਉਹਨਾਂ ਦਾ ਕੀ ਕੁਆਲਿਟੀ ਹੈ, ਕੀ ਪ੍ਰਾਈਸ ਹੈ। ਹੁਣ ਜੇਕਰ ਅਸੀਂ ਗੱਲ ਕਰੀਏ ਕਾਰ ਦੀ, ਅਸੀਂ ਹਰ ਜਗ੍ਹਾ 'ਤੇ ਮਰਸਡੀਜ਼ ਕਾਰ ਨਹੀਂ ਵੇਚ ਸਕਦੇ, ਹਰ ਜਗ੍ਹਾ 'ਤੇ ਆਡੀ ਕਾਰ ਨਹੀਂ ਵਿਕਦੀ, ਹਰ ਜਗ੍ਹਾ 'ਤੇ ਛੋਟੀ ਕਾਰ ਵੀ ਨਹੀਂ ਵਿਕਦੀ। ਸੋ ਹਰ ਟਾਈਪ ਦੀ ਜੋ ਚੀਜ਼ ਹੈ ਉਹ ਜਿਹੜਾ ਹੈ ਕਸਟਮਰ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਕਿੱਥੇ ਕਿਸ ਤਰ੍ਹਾਂ ਦੇ ਕਸਟਮਰਸ ਨੇ, ਉਹ ਮਾਰਕੀਟ ਸਰਵੇ ਤੋਂ ਹੀ ਪਤਾ ਲੱਗਦਾ। ਅਤੇ ਉਹਨਾਂ ਚੀਜ਼ਾਂ ਨੂੰ ਕੰਸੀਡਰ ਕਰਕੇ ਹੀ ਆਪਣੀ ਜੋ ਪ੍ਰੋਡਕਟ ਹੈ, ਕਿ ਇਕੱਲਾ ਇਹ ਨਹੀਂ ਸੋਚਣਾ ਕਿ ਕਾਰ ਬਣਾ ਲੈਣੀ ਹੈ, ਕਾਰ ਵੀ ਕਿੰਨੇ CC ਦੀ ਬਣਾਉਣੀ ਹੈ, ਕਿੰਨੀ ਕੋਸਟ ਦੀ ਬਣਾਉਣੀ ਹੈ, ਇਹ ਹੈ ਪ੍ਰੋਡਕਟ ਸਿਲੈਕਸ਼ਨ ਅਸਲ ਦੇ ਵਿੱਚ। ਦੈਨ ਕੋਸਟ ਐਂਡ ਅਵੇਲੇਬਿਲਿਟੀ ਆਫ ਰਾ ਮਟੀਰੀਅਲ, ਲੇਬਰ ਐਟਸੈਟਰਾ, ਜਿਹੜਾ ਸਾਨੂੰ ਪ੍ਰੋਡਕਟ ਬਣਾਉਣ ਦੇ ਲਈ ਰਾ ਮਟੀਰੀਅਲ ਚਾਹੀਦਾ ਹੈ, ਲੇਬਰ ਚਾਹੀਦੀ ਹੈ, ਹੋਰ ਟੈਕਨੋਲੋਜੀਜ਼ ਚਾਹੀਦੀਆਂ, ਉਹਨਾਂ ਦੀ ਕਿੰਨੀ ਕੁ ਕੋਸਟ ਇੱਥੇ ਪੈਂਦੀ ਹੈ, ਕਿੰਨਾ ਕੁ ਅਵੇਲੇਬਿਲਿਟੀ ਹੁੰਦੀ ਹੈ, ਉਹਦੇ ਮੁਤਾਬਕ ਅਸੀਂ ਆਪਣੀ ਪ੍ਰੋਡਕਟ ਨੂੰ ਸਿਲੈਕਟ ਕਰਨਾ ਹੈ। ਮਾਰਕੀਟ ਸਟੇਬਿਲਿਟੀ ਐਂਡ ਰਿਸਕਸ, ਜਿਹੜਾ ਹੈ ਉੱਥੇ ਆਪਾਂ ਇਹ ਵੀ ਦੇਖਣਾ ਹੈ ਕਿ ਮਾਰਕੀਟ ਕਿੰਨੀ ਕੁ ਸਟੇਬਲ ਰਹੇਗੀ ਇਸ ਪ੍ਰੋਡਕਟ ਦੀ, ਅਤੇ ਰਿਸਕ ਕਿੰਨਾ ਕੁ ਹੈ। ਕੈਲਕੂਲੇਟਿਡ ਰਿਸਕ ਲੈਣੇ ਵੀ ਉਸ ਟਾਈਮ ਅਸੀਂ ਹੁਣੇ ਹੀ ਕੈਲਕੂਲੇਸ਼ਨ ਕਰਨੀ ਹੈ ਕਿ ਅਸੀਂ ਕਿਤੇ ਬਹੁਤ ਜ਼ਿਆਦਾ, ਇਹ ਤਾਂ ਨਹੀਂ ਕਿ ਅਸੀਂ ਹੁਣੇ ਸ਼ੁਰੂ ਕਰ ਲਈ ਚੀਜ਼ ਅਤੇ ਬਾਅਦ ਵਿੱਚ ਇੰਨਾ ਰਿਸਕ ਹੋਏ ਕਿ ਉਹ ਸਟੇਬਲ ਹੀ ਨਾ ਹੋਏ ਮਾਰਕੀਟ, ਅਤੇ ਸਾਡਾ ਸਾਰਾ ਲਾਇਆ ਪੈਸਾ ਜੋ ਹੈ ਉਹ ਖਰਾਬ ਜਾਏ। ਐਕਸਪੋਰਟ ਪੋਸੀਬਿਲਿਟੀ ਦੇਖਣੀ ਹੈ ਕਿ ਚੀਜ਼ ਦੀ ਜਿਹੜੀ ਪ੍ਰੋਡਕਟ ਹੈ ਜੇਕਰ ਉਹ ਐਕਸਪੋਰਟ ਹੋ ਸਕਦੀ ਹੈ ਤਾਂ ਬਹੁਤ ਵਧੀਆ ਗੱਲ ਹੈ, ਸਾਨੂੰ ਬਹੁਤ ਪ੍ਰੋਫਿਟ ਹੋਏਗਾ। ਹਾਈਲੀ ਪ੍ਰੋਫਿਟ ਪੋਸੀਬਿਲਿਟੀ ਵੀ ਦੇਖਣੀ ਹੈ ਕਿ ਕਿੰਨਾ ਕੁ ਇਹ ਸਾਨੂੰ ਪ੍ਰੋਫਿਟ ਦੇਵੇਗੀ ਚੀਜ਼। ਅਤੇ ਇੱਕ ਸਭ ਤੋਂ ਇੰਪੋਰਟੈਂਟ ਫੈਕਟਰ ਹੋਰ ਹੈ ਮਾਰਕੀਟਿੰਗ ਐਂਡ ਮੈਨੂਫੈਕਚਰਿੰਗ ਐਕਸਪੀਰੀਅੰਸ ਆਫ ਐਂਟਰਪ੍ਰੇਨਿਓਰ। ਜਿਸ ਬੰਦੇ ਨੇ ਇਹ ਪ੍ਰੋਡਕਟ ਬਣਾਉਣੀ ਹੈ, ਇਹ ਵਾਲਾ ਯੂਨਿਟ ਲਾਉਣਾ ਹੈ, ਇਹ ਵਾਲੀ ਫੈਕਟਰੀ ਲਾਉਣੀ ਹੈ, ਇੰਡਸਟਰੀ ਲਾਉਣੀ ਹੈ, ਉਸ ਦਾ ਆਪਣਾ ਐਕਸਪੀਰੀਅੰਸ ਮਾਰਕੀਟਿੰਗ ਦੇ ਵਿੱਚ, ਸੇਲ ਕਰਨ ਦੇ ਵਿੱਚ ਅਤੇ ਮੈਨੂਫੈਕਚਰਿੰਗ ਦੇ ਵਿੱਚ ਕਿਹੋ ਜਿਹਾ, ਉਸ ਦਾ ਵੀ ਉਹਨੂੰ ਬਹੁਤ ਫਾਇਦਾ ਹੋਏਗਾ। ਸੋ ਉਹਦੇ ਮੁਤਾਬਕ ਵੀ ਪ੍ਰੋਡਕਟ ਦੀ ਸਿਲੈਕਸ਼ਨ ਹੈ ਉਹ ਕਰਨੀ ਜ਼ਰੂਰੀ ਹੁੰਦੀ ਹੈ। ਇਸ ਦੇ ਨਾਲ ਹੀ ਜੋ ਐਂਟਰਪ੍ਰੇਨਿਓਰਸ਼ਿਪ ਚੈਪਟਰ ਦਾ ਜੋ ਇਹ ਟੌਪਿਕ ਹੈ ਮਾਰਕੀਟ ਸਰਵੇ ਐਂਡ ਅਪਰਚੁਨਿਟੀ ਆਈਡੈਂਟੀਫਿਕੇਸ਼ਨ, ਬਿਜ਼ਨਸ ਪਲੈਨਿੰਗ, ਇਹ ਇੱਥੇ ਪੂਰਾ ਹੁੰਦਾ। ਨੈਕਸਟ ਜਦੋਂ ਲੈਕਚਰ ਦੇ ਵਿੱਚ ਆਪਾਂ ਪ੍ਰੋਜੈਕਟ ਰਿਪੋਰਟ ਪ੍ਰੈਪਰੇਸ਼ਨ, ਐਂਟਰਪ੍ਰੇਨਿਓਰ ਨੇ ਜਦੋਂ ਸਟਾਰਟ ਕਰਨਾ ਆਪਣਾ ਪ੍ਰੋਜੈਕਟ ਤਾਂ ਉਸ ਦੀ ਜੋ ਰਿਪੋਰਟ ਬਣਾਉਣੀ ਹੈ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮੱਚ।